ਅਧਿਆਇ 13। ਹੋਰ ਕਈ ਲੀਲਾਵਾਂ। ਰੋਗ ਨਿਵਾਰਨ। ਬੀਮਾ ਜੀ ਪਾਟਿਲ, ਬਾਲਾ ਗਣਪਤ ਦਰਜੀ, ਬਾਪੂ ਸਾਹਿਬ ਬੂਟੀ, ਆਲੰਦੀ ਸਵਾਮੀ, ਕਾਕਾ ਮਹਾਜਨੀ ਅਤੇ ਹਰਦਾਦੇ ਦੱਤੋਪੰਤ। ਮਾਇਆ ਦੀ ਅਭੇਦ ਸ਼ਕਤੀ। ਬਾਬਾ ਦੇ ਸ਼ਬਦਾਂ ਦਾ ਸਦਾ ਸੰਖੇਪ, ਅਰਥਪੂਰਨ, ਡੂੰਘੇ ਅਤੇ ਸਿਆਣਪ ਭਰੇ ਅਤੇ ਨਪੇ ਤੁਲੇ ਹੁੰਦੇ ਸਨ। ਉਹ ਹਮੇਸ਼ਾ ਬੇਫਿਕਰ ਅਤੇ ਨਿਰਭੈ ਰਹਿੰਦੇ ਸਨ। ਉਹਨਾਂ ਦਾ ਕਹਿਣਾ ਸੀ ਕਿ ਮੈਂ ਫਕੀਰ ਹਾਂ, ਨਾ ਤਾਂ ਮੇਰੀ ਪਤਨੀ ਹੈ ਅਤੇ ਨਾ ਹੀ ਘਰ-ਬਾਰ। ਸਾਰੀਆਂ ਚਿੰਤਾਵਾਂ ਨੂੰ ਤਿਆਗ ਕੇ ਮੈਂ ਇੱਕ ਹੀ ਥਾਂ 'ਤੇ ਰਹਿੰਦਾ ਹਾਂ। ਫਿਰ ਵੀ ਮਾਇਆ ਮੈਨੂੰ ਦੁੱਖ ਦਿੰਦੀ ਹੈ। ਮੈਂ ਆਪਣੇ ਆਪ ਨੂੰ ਤਾਂ ਭੁੱਲ ਚੁੱਕਾ ਹਾਂ, ਪਰ ਮਾਇਆ ਮੈਨੂੰ ਨਹੀਂ ਭੁੱਲਦੀ, ਕਿਉਂਕਿ ਉਹ ਮੈਨੂੰ ਆਪਣੇ ਚੱਕਰ ਵਿੱਚ ਫਸਾ ਲੈਂਦੀ ਹੈ। ਸ਼੍ਰੀ ਹਰੀ ਦੀ ਇਹ ਮਾਇਆ ਬ੍ਰਾਹਮਣਾਂ ਨੂੰ ਵੀ ਨਹੀਂ ਛੱਡਦੀ। ਫਿਰ ਮੇਰੇ ਵਰਗੇ ਫਕੀਰ ਦਾ ਤਾਂ ਕਹਿਣਾ ਹੀ ਕੀ ਹੈ। ਪਰ ਜਿਹੜੇ ਹਰੀ ਦੇ ਸ਼ਰਨ ਲੈਣਗੇ, ਉਹ ਇਹਨਾਂ ਦੀ ਕਿਰਪਾ ਨਾਲ ਮਾਇਆ ਦੇ ਜਾਲ ਤੋਂ ਮੁਕਤ ਹੋ ਜਾਣਗੇ। ਇਸ ਤਰ੍ਹਾਂ ਬਾਬਾ ਨੇ ਮਾਇਆ ਦੀ ਸ਼ਕਤੀ ਦੀ ਪਹਿਚਾਣ ਕਰਵਾਈ। ਭਗਵਾਨ ਸ਼੍ਰੀ ਕ੍ਰਿਸ਼ਨ ਭਾਗਵਤ ਵਿੱਚ ਉद्धਵ ਨੂੰ ਕਹਿੰਦੇ ਹਨ ਕਿ ਸੰਤ ਮੇਰੇ ਜਿੰਦਾ ਸਰੂਪ ਹਨ, ਅਤੇ ਬਾਬਾ ਦਾ ਵੀ ਕਹਿਣਾ ਇਹੀ ਸੀ ਕਿ ਉਹ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਸਾਰੇ ਪਾਪ ਨਸ਼ਟ ਹੋਣ ਉਹੀ ਮੇਰੀ ਉਪਾਸਨਾ ਵੱਲ ਵੱਧਦੇ ਹਨ। ਜੇ ਤੁਸੀਂ ਸਿਰਫ ਸਾਈਂ ਦਾ ਹੀ ਸਿਮਰਨ ਕਰੋਗੇ ਤਾਂ ਮੈਂ ਤੁਹਾਨੂੰ ਭਵਸਾਗਰ 'ਚੋਂ ਪਾਰ ਉਤਾਰ ਦੇਵਾਂਗਾ। ਇਹਨਾਂ ਸ਼ਬਦਾਂ ਉੱਪਰ ਭਰੋਸਾ ਕਰੋ, ਤੁਹਾਨੂੰ ਜ਼ਰੂਰ ਲਾਭ ਹੋਵੇਗਾ। ਮੇਰੀ ਪੂਜਾ ਲਈ ਕੋਈ ਸਮੱਗਰੀ ਜਾਂ ਅਸ਼ਟਾਂਗ ਯੋਗ ਦੀ ਵੀ ਕੋਈ ਲੋੜ ਨਹੀਂ ਹੈ। ਮੈਂ ਤਾਂ ਭਗਤੀ ਵਿੱਚ ਹੀ ਨਿਵਾਸ ਕਰਦਾ ਹਾਂ। ਹੁਣ ਅੱਗੇ ਦੇਖੋ, ਬਿਆਸਰਿਆਂ ਦੇ ਆਸਰੇ ਸਾਈਂ ਨੇ ਭਗਤਾਂ ਦੇ ਕਲਿਆਣ ਲਈ ਕੀ ਕੀਤਾ। ਭੀਮਾ ਜੀ ਪਾਟਿਲ, ਨਾਰਾਇਣ ਗਾਂਵ, ਤਾਲੁਕਾ ਜੁੰਨਰ, ਜ਼ਿਲ੍ਹਾ ਪੂਨਾ ਦੇ ਇੱਕ ਸੱਜਣ ਭੀਮਾ ਜੀ ਪਾਟਿਲ ਨੂੰ ਸੰਨ 1909 ਵਿੱਚ ਛਾਤੀ ਦਾ ਇੱਕ ਭਿਅੰਕਰ ਰੋਗ ਹੋਇਆ, ਜਿਹੜਾ ਅੱਗੇ ਜਾ ਕੇ ਤਪੇਦਿਕ ਦੀ ਬਿਮਾਰੀ ਬਣ ਗਿਆ। ਉਹਨਾਂ ਨੇ ਬਹੁਤ ਤਰ੍ਹਾਂ ਦੇ ਇਲਾਜ ਕਰਵਾਏ, ਪਰ ਕੋਈ ਫਾਇਦਾ ਨਹੀਂ ਹੋਇਆ। ਅਖੀਰ ਵਿੱਚ ਨਾਉਮੀਦ ਹੋ ਕੇ ਉਹਨਾਂ ਨੇ ਭਗਵਾਨ ਨੂੰ ਪ੍ਰਾਰਥਨਾ ਕੀਤੀ, ਹੇ ਨਾਰਾਇਣ, ਹੇ ਪ੍ਰਭੂ, ਮੇਰੇ ਅਨਾਥ ਦੇ ਕੁਝ ਮਦਦ ਕਰੋ। ਇਹ ਤਾਂ ਸਾਰੇ ਜਾਣਦੇ ਹਨ ਕਿ ਜਦੋਂ ਅਸੀਂ ਸੁਖੀ ਰਹਿੰਦੇ ਹਾਂ ਤਾਂ ਰੱਬ ਨੂੰ ਯਾਦ ਨਹੀਂ ਕਰਦੇ, ਪਰ ਜਿਵੇਂ ਹੀ ਬਦਕਿਸਮਤੀ ਘੇਰ ਲੈਂਦੀ ਹੈ ਅਤੇ ਭੈੜੇ ਦਿਨ ਆਉਂਦੇ ਹਨ ਤਾਂ ਸਾਨੂੰ ਭਗਵਾਨ ਦੀ ਯਾਦ ਆਉਂਦੀ ਹੈ। ਇਸ ਲਈ ਭੀਮਾ ਜੀ ਨੇ ਵੀ ਈਸ਼ਵਰ ਨੂੰ ਯਾਦ ਕੀਤਾ। ਉਹਨਾਂ ਨੇ ਖਿਆਲ ਆਇਆ ਕਿ ਕਿਉਂ ਨਾ ਸਾਈਂ ਬਾਬਾ ਦੇ ਪਰਮ ਭਗਤ ਸ਼੍ਰੀ ਨਾਨਾ ਸਾਹਿਬ ਚਾਂਦੋਰਕਰ ਕੋਲੋਂ ਇਸ ਬਾਰੇ ਵਿੱਚ ਸਲਾਹ ਲੈ ਲਈ ਜਾਵੇ, ਅਤੇ ਇਸ ਲਈ ਉਹਨਾਂ ਨੇ ਆਪਣੀ ਸਾਰੀ ਹਾਲਤ ਵਿਸਤਾਰ ਨਾਲ ਲਿਖ ਕੇ ਉਹਨਾਂ ਕੋਲ ਭੇਜੀ ਅਤੇ ਸਹੀ ਰਾਹ ਦਿਖਾਉਣ ਦੇ ਲਈ ਪ੍ਰਾਰਥਨਾ ਕੀਤੀ। ਜਵਾਬ ਵਿੱਚ ਸ਼੍ਰੀ ਨਾਨਾ ਸਾਹਿਬ ਨੇ ਲਿਖਿਆ ਕਿ ਹੁਣ ਤਾਂ ਸਿਰਫ ਇੱਕ ਹੀ ਉਪਾਅ ਬਾਕੀ ਹੈ, ਅਤੇ ਉਹ ਹੈ ਸਾਈਂ ਬਾਬਾ ਦੇ ਚਰਨਾਂ ਦੀ ਸ਼ਰਨ। ਨਾਨਾ ਸਾਹਿਬ ਦੇ ਵਚਨਾਂ 'ਤੇ ਭਰੋਸਾ ਕਰਕੇ ਉਹਨਾਂ ਨੇ ਸ਼ਿਰਡੀ ਜਾਣ ਦੀ ਤਿਆਰੀ ਕਰ ਲਈ। ਉਹਨਾਂ ਨੂੰ ਸ਼ਿਰਡੀ ਲਿਆਉਂਦਾ ਗਿਆ ਅਤੇ ਮਸਜਿਦ ਵਿੱਚ ਜਾ ਕੇ ਲਿਟਾਇਆ ਗਿਆ। ਸ਼੍ਰੀ ਨਾਨਾ ਸਾਹਿਬ ਅਤੇ ਸ਼ਾਮਾ ਵੀ ਉਸ ਵੇਲੇ ਉੱਥੇ ਹਾਜ਼ਰ ਸਨ। ਬਾਬਾ ਬੋਲੇ ਕਿ ਇਹ ਪਿਛਲੇ ਜਨਮ ਦੇ ਬੁਰੇ ਕੰਮਾਂ ਦਾ ਹੀ ਫਲ ਹੈ, ਇਸ ਕਰਕੇ ਮੈਂ ਇਸ ਝਮੇਲੇ ਵਿੱਚ ਨਹੀਂ ਪੈਣਾ ਚਾਹੁੰਦਾ। ਇਹ ਸੁਣ ਕੇ ਰੋਗੀ ਬਹੁਤ ਹੀ ਨਾਉਮੀਦ ਹੋ ਕੇ ਤਰਸ ਭਰੀ ਆਵਾਜ਼ ਵਿੱਚ ਬੋਲਿਆ ਕਿ ਮੈਂ ਬਿਲਕੁਲ ਬੇਆਸਰਾ ਹਾਂ ਅਤੇ ਆਖਰੀ ਆਸ ਲੈ ਕੇ ਤੁਹਾਡੇ ਸ਼੍ਰੀ ਚਰਨਾਂ ਵਿੱਚ ਆਇਆ ਹਾਂ। ਤੁਹਾਡੇ ਕੋਲੋਂ ਦਇਆ ਦੀ ਭੀਖ ਮੰਗਦਾ ਹਾਂ। ਇਹ ਦੁਖੀਆਂ ਦੇ ਆਸਰੇ ਮੇਰੇ ਉੱਪਰ ਦਇਆ ਕਰੋ। ਇਸ ਬੇਨਤੀ ਨਾਲ ਬਾਬਾ ਦਾ ਦਿਲ ਪਿਘਲ ਗਿਆ ਅਤੇ ਉਹ ਬੋਲੇ ਕਿ ਚੰਗਾ ਠਹਿਰੋ, ਫਿਕਰ ਨਾ ਕਰੋ, ਤੁਹਾਡੇ ਦੁੱਖ ਜਲਦੀ ਖਤਮ ਹੋਣਗੇ। ਕੋਈ ਕਿੰਨਾ ਵੀ ਦੁਖੀ ਅਤੇ ਪੀੜਿਤ ਕਿਉਂ ਨਾ ਹੋਵੇ, ਜਦੋਂ ਹੀ ਉਹ ਮਸਜਿਦ ਦੀਆਂ ਪੌੜੀਆਂ ਉੱਪਰ ਪੈਰ ਰੱਖਦਾ ਹੈ, ਉਹ ਸੁਖੀ ਹੋ ਜਾਂਦਾ ਹੈ। ਮਸਜਿਦ ਦਾ ਫਕੀਰ ਬਹੁਤ ਦਿਆਲੂ ਹੈ ਅਤੇ ਉਹ ਤੁਹਾਡਾ ਰੋਗ ਵੀ ਖਤਮ ਕਰ ਦੇਵੇਗਾ। ਉਹ ਤਾਂ ਸਾਰਿਆਂ ਉੱਪਰ ਪਿਆਰ ਦਇਆ ਕਰਕੇ ਰੱਖਿਆ ਕਰਦਾ ਹੈ। ਰੋਗੀ ਨੂੰ ਹਰ 5 ਮਿੰਟ ਬਾਅਦ ਖੂਨ ਦੀ ਉਲਟੀ ਆਉਂਦੀ ਸੀ, ਪਰ ਬਾਬਾ ਦੇ ਸਾਹਮਣੇ ਉਸ ਨੂੰ ਕੋਈ ਉਲਟੀ ਨਹੀਂ ਆਈ। ਜਿਸ ਵੇਲੇ ਤੋਂ ਬਾਬਾ ਨੇ ਆਪਣੇ ਸ਼੍ਰੀਮੁਖ ਤੋਂ ਉਮੀਦ ਅਤੇ ਦਇਆ ਭਰੇ ਸ਼ਬਦਾਂ ਵਿੱਚ ਇਹ ਉਚਾਰਨ ਪ੍ਰਗਟ ਕੀਤਾ, ਉਸ ਵੇਲੇ ਤੋਂ ਰੋਗ ਨੇ ਪਲਟਾ ਖਾਧਾ। ਬਾਬਾ ਨੇ ਰੋਗੀ ਨੂੰ ਭੀਮਾ ਬਾਈ ਦੇ ਘਰ ਵਿੱਚ ਠਹਿਰਨ ਲਈ ਕਿਹਾ। ਇਹ ਜਗ੍ਹਾ ਉਸ ਤਰ੍ਹਾਂ ਦੇ ਰੋਗੀ ਲਈ ਚੰਗੀ ਅਤੇ ਸਿਹਤ ਯਾਫਤਾ ਤਾਂ ਨਹੀਂ ਸੀ, ਪਰ ਫਿਰ ਵੀ ਬਾਬਾ ਦੀ ਆਗਿਆ ਕੌਣ ਟਾਲ ਸਕਦਾ ਸੀ। ਉੱਥੇ ਰਹਿੰਦੇ ਹੋਏ ਬਾਬਾ ਨੇ 2 ਸੁਪਨੇ ਦਿਖਾ ਕੇ ਉਸ ਦਾ ਰੋਗ ਠੀਕ ਕਰ ਦਿੱਤਾ। ਪਹਿਲੇ ਸੁਪਨੇ ਵਿੱਚ ਰੋਗੀ ਨੇ ਦੇਖਿਆ ਕਿ ਉਹ ਇੱਕ ਵਿਦਿਆਰਥੀ ਹੈ ਅਤੇ ਮਾਸਟਰ ਦੇ ਸਾਹਮਣੇ ਕਵਿਤਾ ਦਾ ਸੁਨਾਨ ਕਰਕੇ ਸਜ਼ਾ ਵਿੱਚ ਡੰਡਿਆਂ ਦੀ ਮਾਰ ਨਾਲ ਅਸਹਿ ਤਕਲੀਫ ਭੋਗ ਰਿਹਾ ਹੈ। ਦੂਸਰੇ ਸੁਪਨੇ ਵਿੱਚ ਉਸਨੇ ਦੇਖਿਆ ਕਿ ਕੋਈ ਉਸ ਦੇ ਦਿਲ ਉੱਪਰ ਥੱਲਿਓਂ ਉੱਪਰ ਅਤੇ ਉੱਪਰੋਂ ਥੱਲੇ ਵੱਲ ਪੱਥਰ ਘੁਮਾ ਰਿਹਾ ਹੈ, ਜਿਸ ਨਾਲ ਉਸ ਨੂੰ ਅਸਹਿ ਦਰਦ ਹੋ ਰਿਹਾ ਹੈ। ਸੁਪਨੇ ਵਿੱਚ ਇਸ ਤਰ੍ਹਾਂ ਤਕਲੀਫ ਪਾ ਕੇ ਉਹ ਠੀਕ ਹੋ ਗਿਆ ਅਤੇ ਘਰ ਵਾਪਸ ਚਲਾ ਗਿਆ। ਫਿਰ ਉਹ ਕਦੀ ਸ਼ਿਰਡੀ ਆਉਂਦਾ ਅਤੇ ਸਾਈਂ ਬਾਬਾ ਦੀ ਦਇਆ ਨੂੰ ਯਾਦ ਕਰਕੇ ਸਾਸ਼ਟਾਂਗ ਪ੍ਰਣਾਮ ਕਰਦਾ ਸੀ। ਬਾਬਾ ਆਪਣੇ ਭਗਤਾਂ ਕੋਲੋਂ ਕਿਸੇ ਚੀਜ਼ ਦੀ ਆਸ ਨਹੀਂ ਰੱਖਦੇ ਸੀ। ਉਹ ਤਾਂ ਸਿਮਰਨ
ਪੱਕੀ ਸ਼ਰਧਾ ਅਤੇ ਭਗਤੀ ਦੇ ਭੁੱਖੇ ਸੀ। ਮਹਾਰਾਸ਼ਟਰ ਦੇ ਲੋਕ ਹਰ 15 ਦਿਨ ਜਾਂ ਹਰ ਮਹੀਨੇ ਹਮੇਸ਼ਾ ਸਤਿਆਨਾਰਾਇਣ ਦੀ ਵਰਤ ਰੱਖਦੇ ਸਨ। ਪਰ ਆਪਣੇ ਪਿੰਡ ਪਹੁੰਚ ਕੇ ਭੀਮਾ ਜੀ ਪਾਟਿਲ ਨੇ ਸਤਿਆਨਾਰਾਇਣ ਵਰਤ ਦੀ ਥਾਂ 'ਤੇ ਇੱਕ ਨਵਾਂ ਸੱਤੇ ਸਾਈਂ ਵਰਤ ਸ਼ੁਰੂ ਕਰ ਦਿੱਤਾ। ਬਾਲਾ ਗਣਪਤ ਦਰਜੀ ਇੱਕ ਦੂਸਰੇ ਭਗਤ, ਜਿਸ ਦਾ ਨਾਂ ਬਾਲਾ ਗਣਪਤ ਦਰਜੀ ਸੀ, ਉਸ ਨੂੰ ਇੱਕ ਵਾਰੀ ਮਲੇਰੀਆ ਬੁਖਾਰ ਹੋ ਗਿਆ। ਉਹਨਾਂ ਨੇ ਸਾਰੀ ਤਰ੍ਹਾਂ ਦੀ ਦਵਾਈਆਂ ਅਤੇ ਕਾੜੇ ਲਏ, ਪਰ ਇਹਨਾਂ ਨਾਲ ਕੋਈ ਫਾਇਦਾ ਨਹੀਂ ਹੋਇਆ। ਜਦੋਂ ਬੁਖਾਰ ਜ਼ਰਾ ਵੀ ਨਾ ਘਟਿਆ ਤਾਂ ਉਹ ਸ਼ਿਰਡੀ ਦੌੜੇ ਆਏ ਅਤੇ ਬਾਬਾ ਦੇ ਸ਼੍ਰੀ ਚਰਨਾਂ ਦੀ ਸ਼ਰਨ ਲਈ ਬਾਬਾ ਨੇ ਉਹਨਾਂ ਨੂੰ ਅਜੀਬ ਹੁਕਮ ਦਿੱਤਾ, ਲక్ష్ਮੀ ਮੰਦਰ ਦੇ ਕੋਲ ਜਾ ਕੇ ਇੱਕ ਕਾਲੇ ਕੁੱਤੇ ਨੂੰ ਥੋੜ੍ਹਾ ਜਿਹਾ ਦਹੀਂ ਅਤੇ ਚਾਵਲ ਖਿਲਾਓ। ਉਹ ਇਹ ਸਮਝ ਨਾ ਸਕੇ ਕਿ ਇਸ ਹੁਕਮ ਦਾ ਪਾਲਣ ਕਿਸ ਤਰ੍ਹਾਂ ਕਰਨ। ਘਰ ਪਹੁੰਚ ਕੇ ਚਾਵਲ ਅਤੇ ਦਹੀਂ ਲੈ ਕੇ ਉਹ ਲక్ష్ਮੀ ਮੰਦਰ ਪਹੁੰਚੇ, ਜਿੱਥੇ ਉਹਨਾਂ ਨੂੰ ਇੱਕ ਕਾਲਾ ਕੁੱਤਾ ਪੂੰਝ ਹਿਲਾਉਂਦੇ ਹੋਏ ਦੇਖਿਆ। ਉਹਨਾਂ ਨੇ ਉਹ ਚਾਵਲ ਅਤੇ ਦਹੀਂ ਉਸ ਕੁੱਤੇ ਅੱਗੇ ਰੱਖ ਦਿੱਤੇ, ਜਿਸ ਨੂੰ ਉਹ ਫਟਾਫਟ ਹੀ ਖਾ ਗਿਆ। ਇਸ ਚਰਿੱਤਰ ਦੀ ਖਾਸੀਅਤ ਦਾ ਵਰਣਨ ਕਿਸ ਤਰ੍ਹਾਂ ਕਰਾਂ ਕਿ ਇਹ ਉਪਾਅ ਕਰਨ ਨਾਲ ਹੀ ਬਾਲਾ ਦਰਜੀ ਦਾ ਮਲੇਰੀਆ ਬੁਖਾਰ ਹਮੇਸ਼ਾ ਲਈ ਠੀਕ ਹੋ ਗਿਆ। ਬਾਪੂ ਸਾਹਿਬ ਬੂਟੀ ਸ਼੍ਰੀਮਾਨ ਬਾਪੂ ਸਾਹਿਬ ਬੂਟੀ ਇੱਕ ਵਾਰੀ ਟੱਟੀਆਂ ਉਲਟੀਆਂ ਲੱਗਣ ਨਾਲ ਬਿਮਾਰ ਹੋ ਗਏ। ਉਹਨਾਂ ਦੀ ਅਲਮਾਰੀ ਵਿੱਚ ਅਨੇਕਾਂ ਦਵਾਈਆਂ ਸੀ, ਪਰ ਕੋਈ ਵੀ ਕੰਮ ਨਹੀਂ ਆ ਰਹੇ ਸੀ। ਬਾਪੂ ਸਾਹਿਬ ਟੱਟੀਆਂ ਉਲਟੀਆਂ ਕਰਕੇ ਬਹੁਤ ਕਮਜ਼ੋਰ ਹੋ ਗਏ ਅਤੇ ਉਹਨਾਂ ਦੀ ਹਾਲਤ ਇੰਨੀ ਗੰਭੀਰ ਹੋ ਗਈ ਕਿ ਉਹ ਹਰ ਮਸਜਿਦ ਜਾ ਕੇ ਬਾਬਾ ਦਰਸ਼ਨ ਕਰਨ ਦੇ ਕਾਬਲ ਨਹੀਂ ਰਹੇ। ਬਾਬਾ ਨੇ ਉਹਨਾਂ ਨੂੰ ਬੁਲਾ ਕੇ ਆਪਣੇ ਸਾਹਮਣੇ ਬਿਠਾਇਆ ਅਤੇ ਬੋਲੇ, ਸਾਵਧਾਨ, ਹੁਣ ਤੁਹਾਨੂੰ ਦਸਤ ਨਹੀਂ ਲੱਗਣਗੇ। ਆਪਣੀ ਉਂਗਲ ਉੱਪਰ ਕਰਕੇ ਕਹਿਣ ਲੱਗੇ, ਉਲਟੀਆਂ ਵੀ ਜ਼ਰੂਰ ਰੁਕ ਜਾਣਗੀਆਂ। ਬਾਬਾ ਨੇ ਇਸ ਤਰ੍ਹਾਂ ਕਿਰਪਾ ਕੀਤੀ ਕਿ ਰੋਗ ਜੜੋਂ ਖਤਮ ਹੋ ਗਿਆ ਅਤੇ ਬੂਟੀ ਸਾਹਿਬ ਪੂਰੀ ਤਰ੍ਹਾਂ ਸਿਹਤਮੰਦ ਹੋ ਗਏ। ਇੱਕ ਹੋਰ ਮੌਕੇ ਉੱਪਰ ਵੀ ਉਹਨਾਂ ਨੂੰ ਹੈਜਾ ਹੋ ਗਿਆ, ਇਸ ਲਈ ਉਹਨਾਂ ਨੂੰ ਪਿਆਸ ਬਹੁਤ ਜ਼ਿਆਦਾ ਲੱਗਣ ਲੱਗੀ। ਡਾਕਟਰ ਪਿੱਲੇ ਨੇ ਹਰ ਤਰ੍ਹਾਂ ਦੇ ਇਲਾਜ ਕੀਤੇ, ਪਰ ਹਾਲਤ ਨਹੀਂ ਸੁਧਰੀ। ਅਖੀਰ ਵਿੱਚ ਉਹ ਬਾਬਾ ਕੋਲ ਪਹੁੰਚੇ ਅਤੇ ਉਹਨਾਂ ਨੇ ਰੋਗ ਠੀਕ ਕਰਨ ਵਾਲੀ ਦਵਾਈ ਦੇ ਲਈ ਬੇਨਤੀ ਕੀਤੀ। ਉਹਨਾਂ ਦੀ ਬੇਨਤੀ ਸੁਣ ਕੇ ਬਾਬਾ ਨੇ ਕਿਹਾ, ਮਿੱਠੇ ਦੁੱਧ ਵਿੱਚ ਉਬਲਿਆ ਹੋਇਆ ਬਦਾਮ, ਅਖਰੋਟ ਅਤੇ ਪਿਸਤੇ ਦਾ ਕਾੜਾ ਬਣਾਓ ਤੇ ਪੀਓ। ਇਹ ਦਵਾਈ ਦੱਸ ਦਿੱਤੀ। ਦੂਸਰਾ ਡਾਕਟਰ ਜਾਂ ਹਕੀਮ ਬਾਬਾ ਦੀ ਦੱਸੀ ਦਵਾਈ ਨੂੰ ਜਾਨਲੇਵਾ ਹੀ ਸਮਝਦਾ, ਪਰ ਬਾਬਾ ਦੀ ਆਗਿਆ ਦਾ ਪਾਲਣ ਕਰਨ ਨਾਲ ਰੋਗ ਨਾਸ਼ਕ ਸਾਬਤ ਹੋਈ ਅਤੇ ਹੈਰਾਨੀ ਦੀ ਗੱਲ ਹੈ ਕਿ ਰੋਗ ਜੜੋਂ ਨਸ਼ਟ ਹੋ ਗਿਆ। ਆਲੰਦੀ ਦੇ ਇੱਕ ਸਵਾਮੀ ਬਾਬਾ ਦੇ ਦਰਸ਼ਨਾਂ ਲਈ ਸ਼ਿਰਡੀ ਪਧਾਰੇ। ਉਹਨਾਂ ਦੇ ਕੰਨ ਵਿੱਚ ਬਹੁਤ ਪੀੜ ਹੁੰਦੀ ਸੀ, ਜਿਸ ਕਰਕੇ ਉਹਨਾਂ ਨੂੰ ਇੱਕ ਪਲ ਵੀ ਆਰਾਮ ਨਹੀਂ ਮਿਲਦਾ ਸੀ। ਉਹਨਾਂ ਦਾ ਆਪਰੇਸ਼ਨ ਵੀ ਹੋ ਚੁੱਕਾ ਸੀ, ਫਿਰ ਵੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਦਰਦ ਵੀ ਬਹੁਤ ਸੀ। ਉਹ ਬਹੁਤ ਪਰੇਸ਼ਾਨ ਹੋ ਕੇ ਵਾਪਸ ਜਾਣ ਲਈ ਬਾਬਾ ਕੋਲੋਂ ਆਗਿਆ ਮੰਗਣ ਗਏ। ਇਹ ਦੇਖ ਕੇ ਸ਼ਾਮਾ ਨੇ ਬਾਬਾ ਨੂੰ ਬੇਨਤੀ ਕੀਤੀ, ਸਵਾਮੀ ਦੇ ਕੰਨ ਵਿੱਚ ਬਹੁਤ ਪੀੜ ਹੈ, ਤੁਸੀਂ ਇਹਨਾਂ ਉੱਪਰ ਕਿਰਪਾ ਕਰੋ। ਬਾਬਾ ਭਰੋਸਾ ਦੇ ਕੇ ਬੋਲੇ, ਅੱਲਾ ਠੀਕ ਕਰੇਗਾ। ਸਵਾਮੀ ਜੀ ਪੂਨਾ ਵਾਪਸ ਚਲੇ ਗਏ ਅਤੇ ਇੱਕ ਹਫ਼ਤੇ ਮਗਰੋਂ ਉਹਨਾਂ ਨੇ ਸ਼ਿਰਡੀ ਚਿੱਠੀ ਭੇਜੀ, ਪੀੜ ਸ਼ਾਂਤ ਹੋ ਗਈ ਹੈ, ਪਰ ਸੋਜ਼ ਹਾਲੇ ਵੀ ਪਹਿਲਾਂ ਵਾਂਗ ਹੈ। ਸੋਜ਼ ਠੀਕ ਹੋ ਜਾਏ ਇਸ ਲਈ ਉਹ ਆਪਰੇਸ਼ਨ ਕਰਾਉਣ ਲਈ ਬੰਬਈ ਗਏ। ਸਰਜਨ ਨੇ ਦੇਖਣ ਤੋਂ ਬਾਅਦ ਕਿਹਾ ਕਿ ਆਪਰੇਸ਼ਨ ਦੀ ਕੋਈ ਲੋੜ ਨਹੀਂ ਹੈ। ਬਾਬਾ ਦੇ ਸ਼ਬਦਾਂ ਦਾ ਡੂੰਘਾ ਮਤਲਬ ਅਸੀਂ ਨਿਰੇ ਮੂਰਖ ਕੀ ਸਮਝੀਏ। ਕਾਕਾ ਮਹਾਜਨੀ ਨਾਂ ਦੇ ਇੱਕ ਹੋਰ ਭਗਤ ਨੂੰ ਟੱਟੀਆਂ ਲੱਗ ਗਈਆਂ। ਬਾਬਾ ਦੀ ਸੇਵਾ ਵਿੱਚ ਕੋਈ ਰੁਕਾਵਟ ਨਾ ਆ ਜਾਏ, ਇਸ ਕਰਕੇ ਉਹ ਇੱਕ ਲੋਟਾ ਪਾਣੀ ਲੈ ਕੇ ਮਸਜਿਦ ਦੀ ਇੱਕ ਨੁੱਕਰ ਵਿੱਚ ਰੱਖ ਦਿੰਦੇ ਸੀ, ਤਾਂ ਕਿ ਲੋੜ ਪੈਣ 'ਤੇ ਜਲਦੀ ਹੀ ਬਾਹਰ ਜਾ ਸਕਣ। ਸ਼੍ਰੀ ਸਾਈਂ ਬਾਬਾ ਨੂੰ ਤਾਂ ਸਭ ਕੁਝ ਪਤਾ ਸੀ, ਫਿਰ ਵੀ ਕਾਕਾ ਨੇ ਬਾਬਾ ਨੂੰ ਇਸ ਲਈ ਨਹੀਂ ਦੱਸਿਆ ਕਿ ਰੋਗ ਛੇਤੀ ਹੀ ਠੀਕ ਹੋ ਜਾਏਗਾ। ਮਸਜਿਦ ਵਿੱਚ ਫਰਸ਼ ਬਣਾਉਣ ਦੀ ਮਨਜ਼ੂਰੀ ਬਾਬਾ ਕੋਲੋਂ ਮਿਲ ਹੀ ਚੁੱਕੀ ਸੀ, ਪਰ ਜਦੋਂ ਕੰਮ ਸ਼ੁਰੂ ਹੋਇਆ ਤਾਂ ਬਾਬਾ ਗੁੱਸੇ ਹੋ ਗਏ ਅਤੇ ਉਤੇਜਿਤ ਹੋ ਕੇ ਚੀਕਣ ਲੱਗੇ, ਜਿਸ ਨਾਲ ਭੱਜ ਦੌੜ ਮਚ ਗਈ। ਜਿਵੇਂ ਹੀ ਕਾਕਾ ਦੌੜਨ ਲੱਗੇ, ਉਵੇਂ ਹੀ ਬਾਬਾ ਨੇ ਉਹਨਾਂ ਨੂੰ ਫੜ ਲਿਆ ਅਤੇ ਆਪਣੇ ਸਾਹਮਣੇ ਬਿਠਾ ਲਿਆ। ਇਸ ਗੜਬੜ ਵਿੱਚ ਕੋਈ ਆਦਮੀ ਮੂੰਗਫਲੀ ਦੀ ਇੱਕ ਛੋਟੀ ਥੈਲੀ ਉੱਥੇ ਭੁੱਲ ਗਿਆ। ਬਾਬਾ ਨੇ ਇੱਕ ਮੁੱਠ ਮੂੰਗਫਲੀ ਉਸ ਵਿੱਚੋਂ ਕੱਢੀ ਅਤੇ ਛਿੱਲ ਕੇ ਦਾਣੇ ਕਾਕਾ ਨੂੰ ਖਾਣ ਦੇ ਲਈ ਦੇ ਦਿੱਤੇ। ਗੁੱਸਾ ਹੋਣਾ, ਮੂੰਗਫਲੀ ਛਿੱਲਣਾ ਅਤੇ ਉਸਨੂੰ ਕਾਕਾ ਨੂੰ ਖਵਾਉਣਾ, ਇਹ ਸਭ ਕੰਮ ਨਾਲ ਹੀ ਹੋਣ ਲੱਗਾ। ਆਪ ਵੀ ਬਾਬਾ ਨੇ ਉਸ ਵਿੱਚੋਂ ਕੁਝ ਮੂੰਗਫਲੀ ਖਾਧੀ। ਜਦੋਂ ਥੈਲੀ ਖਾਲੀ ਹੋ ਗਈ ਤਾਂ ਬਾਬਾ ਨੇ ਕਿਹਾ ਕਿ ਮੈਨੂੰ ਪਿਆਸ ਲੱਗੀ ਹੈ, ਜਾ ਕੇ ਥੋੜ੍ਹਾ ਪਾਣੀ ਲਿਆਓ। ਕਾਕਾ ਇੱਕ ਘੜਾ ਪਾਣੀ ਭਰ ਲਿਆਏ ਅਤੇ ਦੋਵਾਂ ਨੇ ਉਸ ਵਿੱਚੋਂ ਪਾਣੀ ਪੀਤਾ। ਫਿਰ ਬਾਬਾ ਬੋਲੇ, ਹੁਣ ਤੁਹਾਡਾ ਦਸਤਾਂ ਦਾ ਰੋਗ ਠੀਕ ਹੋ ਗਿਆ ਹੈ, ਤੁਸੀਂ ਆਪਣੇ ਫਰਸ਼ ਦੇ ਕੰਮ ਦੀ ਦੇਖਭਾਲ ਕਰ ਸਕਦੇ ਹੋ। ਥੋੜ੍ਹੀ ਦੇਰ ਬਾਅਦ ਦੌੜੇ ਹੋਏ ਲੋਕ ਵੀ ਵਾਪਸ ਆ ਗਏ। ਕੰਮ ਫਿਰ ਸ਼ੁਰੂ ਹੋ ਗਿਆ। ਕਾਕਾ ਦਾ ਰੋਗ ਹੁਣ ਦੂਰ ਹੋ ਚੁੱਕਾ ਸੀ, ਇਸ ਕਰਕੇ ਉਹ ਕੰਮ ਵਿੱਚ ਮਗਨ ਹੋ ਗਏ। ਕੀ ਮੂੰਗਫਲੀ ਦਸਤਾਂ ਦੀ ਬਿਮਾਰੀ ਦਾ ਦਵਾਈ ਹੈ?
ਇਸ ਦਾ ਜਵਾਬ ਕੌਣ ਦੇਵੇਗਾ? ਵਰਤਮਾਨ ਦੇ ਇਲਾਜ ਦੇ ਢੰਗ ਮੁਤਾਬਕ ਤਾਂ ਮੂੰਗਫਲੀ ਨਾਲ ਦਸਤਾਂ ਦੀ ਬਿਮਾਰੀ ਵਿਗੜ ਜਾਂਦੀ ਹੈ, ਨਾ ਕਿ ਠੀਕ ਹੁੰਦੀ ਹੈ। ਇਸ ਸੰਬੰਧ ਵਿੱਚ ਹਮੇਸ਼ਾ ਦੀ ਤਰ੍ਹਾਂ ਬਾਬਾ ਦੇ ਸ਼੍ਰੀ ਵਚਨ ਹੀ ਦਵਾਈ ਸਰੂਪ ਸੀ। ਹਰਦਾ ਦੇ ਦੱਤੋਪੰਤ। ਹਰਦਾ ਦੇ ਇੱਕ ਸੱਜਣ ਜਿਨ੍ਹਾਂ ਦਾ ਨਾਂ ਸੀ ਸ਼੍ਰੀ ਦੱਤੋਪੰਤ ਸੀ, 14 ਸਾਲਾਂ ਤੋਂ ਢਿੱਡ ਪੀੜ ਤੋਂ ਤੰਗ ਸੀ। ਕਿਸੇ ਵੀ ਦਵਾਈ ਨਾਲ ਉਹਨਾਂ ਨੂੰ ਕੋਈ ਲਾਭ ਨਹੀਂ ਹੋਇਆ। ਅਚਾਨਕ ਕਿਸੇ ਕੋਲੋਂ ਬਾਬਾ ਦੀ ਕੀਰਤੀ ਉਹਨਾਂ ਦੇ ਕੰਨਾਂ ਵਿੱਚ ਪਈ ਕਿ ਉਹਨਾਂ ਦੀ ਨਜ਼ਰ ਨਾਲ ਹੀ ਬਿਮਾਰ ਠੀਕ ਹੋ ਜਾਂਦੇ ਹਨ। ਫਿਰ ਉਹ ਵੀ ਦੌੜ ਕੇ ਸ਼ਿਰਡੀ ਆਏ ਅਤੇ ਬਾਬਾ ਦੇ ਚਰਨਾਂ ਵਿੱਚ ਸ਼ਰਨ ਲਈ। ਬਾਬਾ ਨੇ ਪਿਆਰ ਭਰੀ ਨਜ਼ਰ ਨਾਲ ਉਹਨਾਂ ਨੂੰ ਵੇਖ ਕੇ ਆਸ਼ੀਰਵਾਦ ਦੇ ਕੇ ਆਪਣਾ ਮਿਹਰ ਭਰਿਆ ਹੱਥ ਉਹਨਾਂ ਦੇ ਸਿਰ 'ਤੇ ਰੱਖਿਆ। ਅਸੀਸ ਅਤੇ ਉਦੀ ਲੈ ਕੇ ਉਹ ਠੀਕ ਹੋ ਗਏ ਅਤੇ ਭਵਿੱਖ ਵਿੱਚ ਉਹਨਾਂ ਨੂੰ ਕੋਈ ਵੀ ਪੀੜ ਨਹੀਂ ਹੋਈ। ਇਸ ਤਰ੍ਹਾਂ ਦੇ ਹੇਠਾਂ ਲਿਖੇ 3 ਚਮਤਕਾਰ ਵਿੱਚ ਅਧਿਆਇ ਦੇ ਅਖੀਰ ਵਿੱਚ ਟਿੱਪਣੀ ਦਿੱਤੇ ਗਏ ਹਨ। ਪਹਿਲਾ, ਮਾਧਵ ਰਾਵ ਦੇਸ਼ਪਾਂਡੇ ਨੂੰ ਬਵਾਸੀਰ ਰੋਗ ਹੋ ਗਿਆ। ਬਾਬਾ ਦੀ ਆਗਿਆ ਨਾਲ ਸੋਨਾਮੁਖੀ ਦਾ ਕਾੜਾ ਪੀਣ ਨਾਲ ਉਹ ਠੀਕ ਹੋ ਗਏ। 2 ਸਾਲਾਂ ਬਾਅਦ ਉਹਨਾਂ ਨੂੰ ਫਿਰ ਦਰਦ ਪੈਦਾ ਹੋਇਆ। ਬਾਬਾ ਕੋਲੋਂ ਬਿਨਾਂ ਸਲਾਹ ਲਏ ਉਹੀ ਕਾੜਾ ਲੈਣ ਲੱਗੇ। ਨਤੀਜਾ ਹੋਇਆ ਕਿ ਰੋਗ ਹੋਰ ਵੱਧ ਗਿਆ, ਪਰ ਬਾਅਦ ਵਿੱਚ ਬਾਬਾ ਜੀ ਦੀ ਕਿਰਪਾ ਦੇ ਨਾਲ ਜਲਦੀ ਹੀ ਠੀਕ ਹੋ ਗਿਆ। ਦੂਜਾ, ਕਾਕਾ ਮਹਾਜਨੀ ਜੀ ਦੇ ਵੱਡੇ ਭਰਾ ਗੰਗਾਧਰ ਪੰਤ ਨੂੰ ਕੁਝ ਸਾਲਾਂ ਤੋਂ ਹਮੇਸ਼ਾ ਢਿੱਡ ਵਿੱਚ ਪੀੜ ਹੁੰਦੀ ਸੀ। ਬਾਬਾ ਦੀ ਕੀਰਤੀ ਸੁਣ ਕੇ ਉਹ ਵੀ ਸ਼ਿਰਡੀ ਆਏ ਅਤੇ ਤੰਦਰੁਸਤੀ ਲਈ ਬੇਨਤੀ ਕਰਨ ਲੱਗੇ। ਬਾਬਾ ਨੇ ਉਹਨਾਂ ਨੂੰ ਢਿੱਡ ਨੂੰ ਛੂਹ ਕੇ ਕਿਹਾ, ਅੱਲਾ ਠੀਕ ਕਰੇਗਾ। ਉਸ ਦੇ ਬਾਅਦ ਤੁਰੰਤ ਹੀ ਉਹਨਾਂ ਦੀ ਢਿੱਡ ਪੀੜ ਠੀਕ ਹੋ ਗਈ ਅਤੇ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਗਏ। ਤੀਸਰਾ, ਸ਼੍ਰੀ ਨਾਨਾ ਸਾਹਿਬ ਚਾਂਦੋਰਕਰ ਨੂੰ ਵੀ ਇੱਕ ਵਾਰ ਢਿੱਡ ਵਿੱਚ ਬਹੁਤ ਪੀੜ ਹੋਈ। ਉਹ ਦਿਨ ਰਾਤ ਮੱਛੀ ਵਾਂਗ ਤੜਫਣ ਲੱਗੇ। ਡਾਕਟਰਾਂ ਨੇ ਬਹੁਤ ਇਲਾਜ ਕੀਤੇ ਪਰ ਕੋਈ ਨਤੀਜਾ ਨਹੀਂ ਨਿਕਲਿਆ। ਆਖਿਰ ਵਿੱਚ ਬਾਬਾ ਦੀ ਸ਼ਰਨ ਵਿੱਚ ਆਏ। ਬਾਬਾ ਨੇ ਉਹਨਾਂ ਨੂੰ ਘਿਓ ਦੇ ਨਾਲ ਬਰਫੀ ਖਾਣ ਦੀ ਆਗਿਆ ਦਿੱਤੀ। ਇਹ ਦਵਾਈ ਖਾਣ ਨਾਲ ਉਹ ਬਿਲਕੁਲ ਠੀਕ ਹੋ ਗਏ। ਇਹਨਾਂ ਸਾਰੀਆਂ ਕਥਾਵਾਂ ਤੋਂ ਪਤਾ ਲੱਗਦਾ ਹੈ ਕਿ ਸੱਚੀ ਦਵਾਈ ਜਿਸ ਨਾਲ ਅਨੇਕਾਂ ਲੋਕਾਂ ਨੂੰ ਸਿਹਤ ਮਿਲੀ, ਉਹ ਬਾਬਾ ਦੇ ਸਿਰਫ ਸ਼੍ਰੀ ਮੁਖ ਤੋਂ ਉਚਾਰਨ ਕੀਤੇ ਵਚਨਾਂ ਅਤੇ ਉਹਨਾਂ ਦੀ ਕਿਰਪਾ ਦਾ ਹੀ ਅਸਰ ਸੀ। ਸ਼੍ਰੀ ਸਤਿਗੁਰੂ ਸਾਈਨਾਥ ਨੂੰ ਸੀਸ ਝੁਕਾਓ, ਸਾਰੇ ਸੁਖ ਸ਼ਾਂਤੀ ਪਾਓ। ਸਪਤਾਹ ਪਰਾਇਣ, ਦੂਸਰਾ ਵਿਸ਼ਰਾਮ। ਓਮ ਸਾਈ ਰਾਮ।